ਪੰਜਾਬ ਦੇ ਵਿੱਚ ਰੇਤਾ ਬਜਰੀ ਦੀ ਢੋਆ ਢਵਾਈ ਦੇ ਲਈ ਰੇਟ ਸਰਕਾਰ ਦੇ ਵੱਲੋਂ ਤੈਅ ਕੀਤੇ ਗਏ ਨੇ। ਸਰਕਾਰ ਨੇ ਬਕਾਇਦਾ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। 2 ਕਿਲੋਮੀਟਰ ਤੱਕ ਢਵਾਈ ਦੇ ਲਈ 84.92 ਰੁਪਏ ਪ੍ਰਤੀ ਟਨ ਜਿਹੜਾ ਰੇਟ ਆ ਉਹ ਮਿਲੇਗਾ। 50 ਕਿਲੋਮੀਟਰ ਤੱਕ ਢਵਾਈ ਦੇ ਲਈ 349.82 ਰੁਪਏ ਪ੍ਰਤੀ ਟਨ ਭਾੜਾ ਜਿਹੜਾ ਤੈਅ ਕੀਤਾ ਗਿਆ। 100 ਕਿਲੋਮੀਟਰ ਤੱਕ ਢੋਆ ਢਵਾਈ ਦੇ ਲਈ ਟਰਾਂਸਪੋਰਟਰ ਨੂੰ 467.95 ਰੁਪਏ ਪ੍ਰਤੀ ਟਨ ਭਾੜਾ ਮਿਲੇਗਾ। ਖਣਨ ਤੇ ਟਰਾਂਸਪੋਰਟ ਵਿਭਾਗ ਨੇ ਦਰਅਸਲ ਮਿਲ ਕੇ ਇਹ ਰੇਟ ਤੈਅ ਕੀਤੇ ਨੇ। ਖਣਨ ਮਹਿਕਮੇ ਦੇ ਵੱਲੋਂ ਇੱਕ ਐਪ ਵੀ ਬਣਾਈ ਗਈ ਹੈ। ਐਪ ਦੇ ਜ਼ਰੀਏ ਗਾਹਕ ਰੇਤਾ ਬਜਰੀ ਦਾ ਆਨਲਾਈਨ ਆਰਡਰ ਵੀ ਕਰ ਸਕੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਮੋਹਾਲੀ ਦੇ ਵਿੱਚ ਰੇਤ ਬਜਰੀ ਦੀ ਸਰਕਾਰੀ ਵਿਕਰੀ ਕੇਂਦਰ ਦੀ ਸ਼ੁਰੂਆਤ ਕੀਤੀ ਸੀ। ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਸੀਗਾ ਤੇ ਹੁਣ ਅਗਲਾ ਵੱਡਾ ਅਹਿਮ ਫੈਸਲਾ ਲਿਆ ਗਿਆ। ਸਿੱਧੇ ਤੌਰ ਤੇ ਸਰਕਾਰ ਦਾ ਇਸ ਐਲਾਨ ਦਾ, ਇਸ ਫੈਸਲੇ ਦਾ ਮਕਸਦ ਇਹ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਮਨਮਰਜ਼ੀ ਨਾ ਹੋ ਸਕੇ। ਜਦੋਂ ਕੋਈ ਮਨਮਰਜ਼ੀ ਹੁੰਦੀ ਹੈ ਤੇ ਉਸ ਦਾ ਸਿੱਧੇ ਤੌਰ ਤੇ ਬੋਝ ਆਮ ਜਨਤਾ ਦੀ ਜੇਬ ਤੇ ਪੈਂਦਾ। ਇਸੇ ਕਰਕੇ ਪੰਜਾਬ ਦੇ ਵਿੱਚ ਰੇਤਾ ਬਜਰੀ ਦੀ ਢੋਆ ਢਵਾਈ ਦੇ ਲਈ ਸਰਕਾਰ ਦੇ ਵੱਲੋਂ ਰੇਟ ਤੈਅ ਕਰ ਦਿੱਤੇ ਗਏ ਨੇ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕੋਰੋਨਾ ਦੀ। ਦੇਸ਼ ਦੇ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖਤਰਾ ਮੰਡਰਾਉਣ ਲੱਗਿਆ। ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੀ ਸਖਤੀ ਵਧਾ ਦਿੱਤੀ ਗਈ ਹੈ ਤੇ ਆਉਣ ਵਾਲੇ ਖਤਰੇ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਸਭ ਨੂੰ ਲੈ ਕੇ ਨਿਊਜ਼ 18 ਨੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਕੋਵਿਡ ਦੇ ਨਵੇਂ ਵੇਰੀਐਂਟ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਔਰ ਇਸ ਵੇਲੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਸੂਬਾ ਸਰਕਾਰ ਦੀ ਮੀਟਿੰਗ ਹੋ ਰਹੀ ਹੈ। ਸੂਬਾ ਸਰਕਾਰ ਦੀ ਕੀ ਤਿਆਰੀਆਂ ਨੇ ਔਰ ਖਾਸ ਤੌਰ ਤੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਸੂਬਾ ਸਰਕਾਰ ਵੱਲੋਂ ਕੀ ਕੁਝ ਕੰਪਲਸਰੀ ਕੀਤਾ ਜਾਏਗਾ, ਕਿਵੇਂ ਦੀ ਤਿਆਰੀ ਹੈ। ਮੇਰੇ ਨਾਲ ਸਿਹਤ ਮੰਤਰੀ ਨੇ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ। ਚੇਤਨ ਸਾਹਿਬ, ਕੋਵਿਡ ਦੁਬਾਰਾ ਆ ਰਿਹਾ ਹੈ, ਮਾਸਕ ਤੁਸੀਂ ਵੀ ਲਗਾ ਲਿੱਤਾ ਵਾ, ਇਹ ਮਾਸਕ ਪੰਜਾਬੀਆਂ ਦੇ ਲਈ ਕੰਪਲਸਰੀ ਕਰੋਗੇ? ਇਸ ਦੇ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ। ਕੀ ਕੁਝ ਮਾਸਕ ਨੂੰ ਲੈ ਕੇ ਇਸ ਵੇਲੇ ਸਰਕਾਰ ਦੇ ਵੱਲੋਂ ਸੋਚਿਆ ਜਾ ਰਿਹਾ? ਨਹੀਂ, ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਵੀ ਜੇ ਅਸੀਂ ਪਰਹੇਜ਼ ਰੱਖੀਏ ਤਾਂ ਜ਼ਿਆਦਾ ਵਧੀਆ, ਕਿਉਂਕਿ ਪਤਾ ਨਹੀਂ ਹੁੰਦਾ ਹੁਣ ਆਪਾਂ ਆਮ ਪਬਲਿਕ 'ਚ ਤੁਰੇ ਫਿਰਦੇ ਹਾਂ, ਕਦੋਂ ਕਿਸੇ ਤੁਹਾਨੂੰ ਨਹੀਂ ਕਿਸੇ ਹੋਰ ਨੂੰ ਹੋਵੇ ਤਾਂ ਤੁਹਾਡੇ ਤੇ ਕੋਈ ਐਦਾਂ ਦਾ ਕੋਈ ਲੱਗੇ ਨਾ। ਸੋ ਇਸ ਕਰਕੇ ਬੇਨਤੀ ਹੈ ਕਿ ਮਾਸਕ ਜਿੰਨਾ ਹੋ ਸਕੇ, ਜੇ ਆਪਾਂ ਕਿਸੇ ਇਕੱਠ 'ਚ ਜਾਂਦੇ ਹਾਂ ਜਿੱਥੇ ਬਹੁਤ ਜ਼ਿਆਦਾ ਵੱਡਾ ਇਕੱਠ ਹੈ ਤਾਂ ਆਪਾਂ ਨੂੰ ਜਿਹੜਾ ਮਾਸਕ ਹੈ ਉਹ ਲਾ ਲੈਣਾ ਚਾਹੀਦਾ। ਸਰਕਾਰ ਵੱਲੋਂ ਕੋਈ ਕੰਪਲਸਰੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਕਿ ਵਿਆਹ ਪ੍ਰੋਗਰਾਮ ਦੇ ਉੱਤੇ ਜਾਂ ਧਾਰਮਿਕ ਪ੍ਰੋਗਰਾਮ ਤੇ ਜਾਂ ਕਿਤੇ ਵੀ ਮਾਸਕ ਲਾਜ਼ਮੀ ਕੀਤਾ ਜਾਵੇ, ਜਾਂ ਫਿਰ ਅਗਰ ਮਾਸਕ ਕੋਈ ਨਹੀਂ ਲਗਾਉਂਦਾ ਤਾਂ ਜੁਰਮਾਨਾ ਕਰਨ ਤੇ ਸਰਕਾਰ ਵਿਚਾਰ ਕਰ ਰਹੀ ਹੈ? ਨਹੀਂ, ਹਜੇ ਜੁਰਮਾਨੇ ਵਾਲੀ ਕੋਈ ਗੱਲ ਨਹੀਂ ਹੈ। ਬਸ ਇੰਨਾ ਹੀ ਹੈ ਕਿ ਜਦੋਂ ਕਿਸੇ ਵੱਡੇ ਇਕੱਠ ਤੇ ਜਾਣਾ ਹੈ ਤਾਂ ਮਾਸਕ ਜ਼ਰੂਰ ਜਿਹੜਾ ਲਾਇਆ ਜਾਵੇ, ਜਿਹਦੇ ਨਾਲ ਜਿੱਥੇ ਆਪਦੇ ਆਪ ਦਾ ਬਚਾਓ ਹੈ ਉੱਥੇ ਦੂਜੇ ਬੰਦੇ ਦਾ ਵੀ ਜਿਹੜਾ ਆਪਾਂ ਬਚਾਅ ਹੈ ਉਹ ਜਿਹੜਾ ਕਰ ਸਕਦੇ ਹਾਂ। ਸਰਕਾਰ ਵੱਲੋਂ ਇਸ ਵੇਲੇ ਤਿਆਰੀਆਂ ਓਵਰਆਲ ਦੇਖਿਆ ਜਾਵੇ ਕੀ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ? ਕਿਉਂਕਿ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਨੇ ਵੀ ਮੀਟਿੰਗ ਕੀਤੀ, ਤੁਸੀਂ ਵੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਹੈ। ਕੀ ਕੁਝ ਕੋਵਿਡ ਨੂੰ ਲੈ ਕੇ ਇਸ ਵੇਲੇ ਸਰਕਾਰ ਸੋਚ ਰਹੀ ਹੈ? ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਪਿਛਲੇ 2 ਦਿਨ ਲਗਾਤਾਰ ਜਿਹੜੀ ਮੀਟਿੰਗਾਂ ਜਿਹੜੀਆਂ ਕੀਤੀਆਂ, ਜਿਹਦੇ ਵਿੱਚ ਜਿਹੜੇ ਡੀਸੀ ਸਾਹਿਬ ਨੇ ਉਹਨਾਂ ਨੂੰ ਇੱਕ ਤਾਂ ਕਿ ਇੰਸਪੈਕਸ਼ਨ ਕੀਤੀ ਜਾਵੇ, ਹਸਪੀਟਲਾਂ ਵਿੱਚ ਕੋਈ ਘਾਟ ਬਾਅਦ ਹੈ ਚਾਹ ਪਹਿਲਾਂ ਦੱਸਿਆ ਜਾਵੇ, ਔਰ ਉਹਦੇ ਨਾਲ ਹੀ ਜਿਹੜਾ ਇੱਕ ਅਸੀਂ ਇੱਕ ਸਾਰੇ ਪੰਜਾਬ ਦਾ ਇੱਕ ਜਿਹੜਾ ਬਣਾਵਾਂਗੇ, ਜਿੱਥੋਂ ਅਸੀਂ ਕੋਵਿਡ ਸੈਂਟਰ ਬਣਾਵਾਂਗੇ, ਜਿੱਥੇ ਅਸੀਂ ਸਾਰੇ ਪੰਜਾਬ ਦਾ ਜਿਹੜਾ ਲੇਖਾ ਜੋਖਾ ਉਹ ਕਰਦੇ ਰਹਾਂਗੇ। ਉਹਦੇ ਨਾਲ ਹੀ ਜਿਹੜਾ ਜੇ ਅਸੀਂ ਕਿਤੇ ਜ਼ਿਆਦਾ ਇਕੱਠ ਜਾਣਾ ਤਾਂ ਮਾਸਕ ਜਿਹੜਾ ਪਹਿਨਿਆ ਜਾਵੇ ਤਾਂ ਚੰਗੀ ਗੱਲ ਹੈ। ਇਸ ਵੇਲੇ ਪੋਜੀਸ਼ਨ ਕੀ ਹੈ ਪੰਜਾਬ 'ਚ? ਪੁਰਾਣੇ ਕੋਵਿਡ ਦੀ ਕੋਈ ਕੇਸਿਸ ਹੈ ਔਰ ਨਵਾਂ ਕੋਈ ਕੇਸ ਹੈ? ਦੇਖੋ, ਟੋਟਲ ਜੇ ਪੰਜਾਬ ਦੀ ਅਸੀਂ ਕੇਸਾਂ ਦੀ ਗੱਲ ਕਰੀਏ, 37 ਜਿਹੜੇ ਕੇਸ ਹੁਣ ਤੱਕ ਜਿਹੜੇ ਪੰਜਾਬ 'ਚ ਨੇ, ਉਹ 'ਚ 10 ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਕੋਈ ਵੀ ਕੇਸ ਜਿਹੜਾ ਨਹੀਂ ਹੈ। ਔਰ ਕੱਲ ਅਸੀਂ 5500 ਦੇ ਆਸ-ਪਾਸ ਜਿਹੜੇ ਟੈਸਟ ਕੀਤੇ ਸੀ ਔਰ ਜਿਹਦੇ ਵਿੱਚੋਂ 6 ਜਿਹੜੇ ਕੇਸ ਉਹ ਨਵੇਂ ਆਏ ਆ। ਸੋ ਉਹਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਇਹ ਪੁਰਾਣਾ ਵੇਰੀਐਂਟ ਹੈ, ਨਵਾਂ ਵੇਰੀਐਂਟ ਤੇ ਪੁਰਾਣਾ ਨਵੇਂ ਦਾ ਕੁਝ ਨਹੀਂ ਹੈ, ਇਦਾਂ ਦਾ ਕੋਈ ਨਾ ਹਜੇ ਹੈ, ਉਹ ਪੁਰਾਣੀ ਵੇਰੀਐਂਟ ਹੈ ਔਰ ਕੋਈ ਐਡੀ ਖਤਰੇ ਵਾਲੀ ਗੱਲ ਨਹੀਂ ਹੈ, ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਰਿਸਟ ਪੋਸਟ ਨੇ ਔਰ ਇਮਿਊਨਿਟੀ ਜਿਹੜੀ ਸਟਰੋਂਗ ਹੈ। ਸੋ ਇਹਦੇ ਕਰਕੇ ਕੋਈ ਡਰਨ ਦੀ ਲੋੜ ਨਹੀਂ ਹੈ। ਨਵਾਂ ਸਾਲ ਆ ਰਿਹਾ ਹੈ, 31 ਤਰੀਕ ਨੂੰ ਅਸੀਂ ਦੇਖਦੇ ਹਾਂ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਮਾਲ ਦੇ ਵਿੱਚ, ਬਹੁਤ ਸਾਰੀ ਪਬਲਿਕ ਪਲੇਸ ਦੇ ਉੱਤੇ। ਉਸ ਨੂੰ ਲੈ ਕੇ ਸਰਕਾਰ ਕੀ ਸੋਚ ਰਹੀ ਹੈ? ਉਸ ਬਾਬਤ ਲੋਕਾਂ ਨੂੰ ਕੋਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਜਾਂ ਕੀ ਕੁਝ ਨਵੇਂ ਸਾਲ ਦੇ ਮੱਦੇਨਜ਼ਰ ਹੈ? ਨਹੀਂ, ਦੇਖੋ, ਇਹੀ ਹੈ ਕਿ ਦੂਰੀ ਬਣਾ ਕੇ ਰੱਖਿਆ ਜਾਵੇ। ਕੋਸ਼ਿਸ਼ ਕਰੋ ਕਿ ਜੇ ਕੋਈ ਸੈਲੀਬ੍ਰੇਸ਼ਨ ਕਰਨੀ ਆ ਤਾਂ ਜਿਹੜਾ ਹੈਗਾ ਇਕੱਠ ਤੋਂ ਜਿਹੜਾ ਗੁਰੇਜ਼ ਕੀਤਾ ਜਾਵੇ।
ਆਪਣੇ ਘਰੇ ਰਹਿ ਕੇ ਵੀ ਕਰ ਸਕਦੇ ਹਾਂ। ਥੋੜਾ ਪ੍ਰੀਕਾਸ਼ਨ ਦੀ ਜ਼ਰੂਰਤ ਹੈ, ਬਾਕੀ ਕੋਈ ਹਜੇ ਕੋਈ ਐਡੀ ਹੈ ਨਹੀਂ ਵੀ ਕੋਈ ਬਹੁਤ ਵੱਡੀ ਵੇਵ ਜਿਹੜੀ ਭਾਰਤ 'ਚ ਆ ਗਈ ਜਾਂ ਪੰਜਾਬ 'ਚ ਆ ਗਈ, ਹਜੇ ਕੋਈ ਗੱਲ ਹਜੇ ਹੈ ਨਹੀਂ ਹੈ। ਹਾਂ, ਰੌਲਾ ਜ਼ਰੂਰ ਹੈ ਕਿ ਚਾਈਨਾ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਰੋਨਾ ਦੇ ਕੇਸ ਆ ਉਹ ਆ ਰਹੇ ਨੇ, ਪਰ ਉਹ ਵੀ ਐਕਚੁਅਲ ਫਿਗਰ ਹੈ ਜਿਹੜੀ ਉਹ ਵੀ ਚਾਈਨਾ ਤੋਂ ਵੀ ਨਹੀਂ ਆ ਰਹੀ ਕਿ ਉੱਥੇ ਕਿੰਨੇ ਕੁ ਫਿਗਰ ਹੈ ਉਹ ਆ ਰਹੀ ਹੈ। ਪਰ ਸਾਡੇ ਵੱਲੋਂ ਪੰਜਾਬ ਦੇ ਵਿੱਚ ਜਿਹੜੇ 15,000 ਦੇ ਆਸ-ਪਾਸ ਜਿਹੜੇ ਬੈੱਡ ਨੇ ਉਹ ਪੰਜਾਬ ਦੇ ਵਿੱਚ ਅਵੇਲੇਬਲ ਨੇ, ਔਰ ਉਹਦੇ ਨਾਲ 8,060 ਬੈੱਡ ਸਰਕਾਰੀ ਹਸਪਤਾਲਾਂ 'ਚ ਔਰ ਬਾਕੀ ਪ੍ਰਾਈਵੇਟ ਦੇ ਵਿੱਚ ਵੈਂਟੀਲੇਟਰ ਬੈੱਡ ਵੀ 950 ਦੇ ਆਸ-ਪਾਸ ਹੈਗੇ ਆ, ਔਰ ਜਿਹੜੀ ਲੈਵਲ 3 ਹੈ ਉਹਦੇ ਪੌਣੇ 1,000 ਦੇ ਆਸ-ਪਾਸ ਉਹ ਬੈੱਡ ਵੀ ਸਾਡੇ ਲਵੇ ਅਵੇਲੇਬਲ ਹੈਗੇ ਆ ਪੰਜਾਬ ਦੇ ਵਿੱਚ। ਮੋਹਾਲੀ 에ਅਰਪੋਰਟ ਹੈ, ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਹੈ, ਇੰਟਰਨੈਸ਼ਨਲ ਫਲਾਈਟਾਂ ਬਹੁਤ ਸਾਰੀਆਂ ਆਉਂਦੀਆਂ ਨੇ ਉੱਥੋਂ ਦੀ, ਕਿਉਂਕਿ ਇਹ ਜਿਹੜਾ ਦਸੰਬਰ ਜਨਵਰੀ ਦਾ ਮੌਸਮ ਵੀ ਹੁੰਦਾ ਹੈ, ਇਸ ਬਹੁਤ ਸਾਰੇ NRI ਪੰਜਾਬ ਆਉਂਦੇ ਆ, ਉਹਨਾਂ ਦੀ ਟੈਸਟਿੰਗ ਹੋਏਗੀ ਜਿਹੜੇ ਜਦੋਂ 에ਅਰਪੋਰਟ ਤੇ ਉਤਰਨਗੇ, ਜਾਂ ਉਹਨਾਂ ਨੂੰ ਲੈ ਕੇ ਕੋਈ ਹਦਾਇਤਾਂ ਜਿਹੜੇ ਆਉਣ ਵਾਲੇ ਜਾਣ ਵਾਲੇ ਜਿਹੜੇ ਯਾਤਰੀ ਨੇ? ਦੇਖੋ, ਸਭ ਤੋਂ ਪਹਿਲੇ ਜਦੋਂ ਤੁਸੀਂ ਇੰਟਰਨੈਸ਼ਨਲ ਫਲਾਈਟ ਤੇ ਟਰੈਵਲ ਕਰਦੇ ਹੋ ਤਾਂ ਤੁਹਾਨੂੰ ਕੋਰੋਨਾ ਦੀ ਜਿਹੜੀ ਰਿਪੋਰਟ ਹੈ ਉਹ ਲੈਣੀ ਜ਼ਰੂਰੀ ਹੈ। ਸੋ ਇਸ ਕਰਕੇ ਜਿਹੜਾ ਵੀ ਕੋਈ ਟਰੈਵਲ ਕਰਕੇ ਪੰਜਾਬ ਜਾਂ ਭਾਰਤ ਚ ਆਊਗਾ ਉਹਨੇ ਕੋਰੋਨਾ ਦਾ ਜਿਹੜਾ ਟੈਸਟ ਹੈ ਉਹ ਕਰਵਾਇਆ ਹੁੰਦਾ ਹੈ। ਸੋ ਉਹਦਾ ਪੀਰੀਅਡ ਵੀ ਹੈ ਕਿ ਇੰਨੇ ਘੰਟੇ ਪਹਿਲਾਂ ਕਰਵਾਇਆ ਹੋਣਾ ਚਾਹੀਦਾ। ਸੋ ਇਹਦੇ ਕਰਕੇ ਹਜੇ ਕੋਈ ਐਦਾਂ ਦਾ ਕੋਈ ਕੇਸ ਹੈ ਨਹੀਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦਾ ਵੀ ਜੇ ਆਪਾਂ ਰੇਸ਼ੋ ਦੇਖੀਏ 0.08 ਜਿਹੜੀ ਰੇਸ਼ੋ ਹੈ, 1 ਤੋਂ ਵੀ ਥੱਲੇ ਹੈ। ਸੋ ਇਹਦੇ ਕਰਕੇ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਹੈ। ਸਰਕਾਰ ਵੱਲੋਂ ਜਿਹੜੇ ਬੰਦੋਬਸਤ ਨੇ ਉਹ ਸਾਰੇ ਕੀਤੇ ਗਏ ਨੇ। ਅਸੀਂ ਆਏ ਮਹੀਨੇ ਜਿਹੜੇ ਮੌਕ ਡਰਿਲ ਹੈ ਉਹ ਕਰਦੇ ਵੀ ਰਹਿੰਦੇ ਆ। ਜਿਹੜੇ ਸਾਡੇ ਕੋਈ ਪਲਾਂਟ ਨੇ, ਆਕਸੀਜਨ ਪਲਾਂਟ ਨੇ, ਉਹਨਾਂ ਦੇ ਅਸੀਂ ਪ੍ਰੋਪਰ ਜਿਹੜੇ ਜਾਂਚ ਕਰਦੇ ਰਹਿੰਦੇ ਆ ਵੀ ਉਹ ਕਿਸੇ 'ਚ ਕੋਈ ਕਮੀ ਪੇਸ਼ੀ ਹੈ, ਕੋਈ ਰਿਪੇਅਰ ਕਰਨ ਵਾਲਾ ਹੋਰ ਹੈ, ਉਹ ਸਾਰੇ ਠੀਕ ਨੇ। ਜੇ ਲੋੜ ਪਈ ਤਾਂ ਸਾਨੂੰ ਕੋਈ ਬੈੱਡ ਵਧਾਉਣ ਦੀ, ਕੋਈ ਹੋਰ ਵੈਂਟੀਲੇਟਰ ਦੀ, ਉਹ ਵੀ ਮੌਕੇ ਤੇ ਜਿਹੜਾ ਉਹ ਕੀਤੇ ਜਾ ਸਕਦੇ। ਕੇਂਦਰੀ ਸਿਹਤ ਮੰਤਰੀ ਨਾਲ ਤੁਹਾਡੀ ਗੱਲਬਾਤ ਹੋਈ, ਉਹਨਾਂ ਨੇ ਕੀ ਕੁਝ ਕਿਹਾ ਹੈ? ਮਤਲਬ ਕੀ ਕੁਝ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਮਿਲ ਕੇ ਕਰ ਰਹੀ ਹੈ ਜਾਂ ਕੋਈ ਹਦਾਇਤਾਂ ਤੁਹਾਨੂੰ ਜਾਰੀ ਕੀਤੀਆਂ ਗਈਆਂ? ਇਹੀ ਇੱਕ ਤਾਂ ਉਹਨਾਂ ਨੇ ਕਿਹਾ ਸੀ ਕਿ 27 ਤਰੀਕ ਨੂੰ ਜਿਹੜੀ ਮੌਕ ਡਰਿਲ ਹੈ ਸਾਰੇ ਦੇਸ਼ ਭਰ ਦੇ ਵਿੱਚੋਂ ਕੀਤੀ ਜਾਵੇ। ਦੇਖਿਆ ਜਾਵੇ ਕਿ ਜੇ ਕੋਈ ਇਹੋ ਜਿਹੀ ਆਪਦਾ ਆਉਂਦੀ ਹੈ ਤਾਂ ਅਸੀਂ ਸਾਰੇ ਉਹਦੇ ਨਾਲ ਨਿਪਟਣ ਵਾਸਤੇ ਕੀ ਸક્ષਮ ਹੈਗੇ ਆ। ਸੋ ਇਸ ਕਰਕੇ 27 ਤਰੀਕ, ਕੱਲ ਨੂੰ 27 ਤਰੀਕ ਹੈ, ਔਰ ਉੱਤੇ ਸਾਰੇ ਦੇਸ਼ ਭਰ 'ਚ ਜਿਹੜਾ ਮੌਕ ਡਰਿਲ ਕੀਤੀ ਹੋਈ। ਪਰ ਸਾਡੇ ਵੱਲੋਂ ਤਾਂ ਪਹਿਲੀ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਕੀਤੀਆਂ ਜਾ ਚੁੱਕੀਆਂ ਨੇ, ਔਰ ਆਏ ਮਹੀਨੇ ਅਸੀਂ ਜਿਹੜੀ ਮੌਕ ਡਰਿਲ ਉਹ ਕਰਦੇ ਵੀ ਰਹਿੰਦੇ ਹਾਂ। ਕੱਲ ਤੁਸੀਂ ਕਿੱਥੇ ਮੌਕ ਡਰਿਲ 'ਚ ਰਹੋਗੇ? ਪੰਜਾਬ 'ਚ ਵੀ ਕਰਵਾਈ ਜਾ ਰਹੀ? ਹਾਂ, ਬਿਲਕੁਲ ਪੰਜਾਬ 'ਚ ਵੀ ਕਰਾਂਗੇ ਸਰ, ਪੰਜਾਬ 'ਚ ਵੀ ਕਰਾਂਗੇ। ਜਿਹੜੀ ਵੀ ਗਾਈਡਲਾਈਨ ਹੋਊਗੀ ਉਹਨੂੰ ਸਾਰਿਆਂ ਨੂੰ ਅਸੀਂ ਰਲ ਮਿਲ ਕੇ ਫਾਲੋ ਕਰਾਂਗੇ। ਦੂਸਰਾ, ਪੰਜਾਬ ਦੇ ਜਿਹੜੇ ਇਲੈਕਟ੍ਰੀਕਲ ਵਪਾਰੀ ਨੇ, ਚਾਈਨਾ ਤੋਂ ਬਹੁਤ ਸਾਰਾ ਮਾਲ ਲਿਆਂਦੇ ਆ, ਲੈ ਕੇ ਆਉਂਦੇ ਆ, ਉਹਨਾਂ ਨੂੰ ਲੈ ਕੇ ਵੀ ਕੋਈ ਨਜ਼ਰ ਹੈ ਉਹਨਾਂ ਦੇ ਬਾਬਤ ਵੀ? ਨਹੀਂ, ਦੇਖੋ, ਜਿਹੜਾ ਕੋਈ ਟਰੈਵਲ ਚਾਈਨਾ ਤੋਂ ਟਰੈਵਲ ਕਰਕੇ ਆਊਗਾ ਉਹਦਾ ਕੋਰੋਨਾ ਟੈਸਟ ਹੈ ਜਿਹੜਾ ਉਹ ਹੋ ਕੇ ਆਊਗਾ। ਸੋ ਇਸ ਕਰਕੇ ਹਰ ਇੱਕ ਜਿਹਨੇ ਵੀ ਟਰੈਵਲ ਕਰਨਾ ਬਾਈ 에ਅਰ ਆਉਣਾ ਉਹਨੇ ਟੈਸਟ ਕਰਾਉਣਾ ਹੀ ਕਰਾਉਣਾ। ਦੂਸਰੇ ਵੀ ਇਹ ਕਿ ਤੁਸੀਂ ਮਾਸਕ ਲਗਾਇਆ ਹੋਇਆ, ਜਿਹੜੇ ਸਰਕਾਰੀ ਦਫ਼ਤਰ ਨੇ, ਸਰਕਾਰੀ ਦਫ਼ਤਰਾਂ 'ਚ ਵੀ ਮਾਸਕ ਕੰਪਲਸਰੀ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਦਫ਼ਤਰਾਂ 'ਚ ਜਾਂ ਪ੍ਰਾਈਵੇਟ ਦਫ਼ਤਰਾਂ ਦੇ ਵਿੱਚ ਵੀ ਮਾਸਕ ਲਗਾਇਆ ਜਾਵੇ? ਨਹੀਂ, ਜ਼ਿਆਦਾ ਤਾਂ ਇਹ ਹੈ ਕਿ ਜਦੋਂ ਅਸੀਂ ਜ਼ਿਆਦਾ ਭੀੜ ਭੜਕੇ 'ਚ ਜਾਂਦੇ ਹਾਂ ਉਦੋਂ ਡਰ ਜ਼ਿਆਦਾ ਰਹਿੰਦਾ, ਕਿਉਂ ਆਫਿਸ ਦੇ ਵਿੱਚ ਤਾਂ ਵੈਸੀ ਦੂਰੀ ਬਣਾ ਕੇ ਜਿਹੜੇ ਅਸੀਂ ਬੈਠਦੇ ਹਾਂ। ਸੋ ਐਡੀ ਕੋਈ ਡਰ ਵਾਲੀ ਗੱਲ ਨਹੀਂ। ਹਾਂ, ਮਾਸਕ ਪਹਿਨਿਆ ਜਾਵੇ, ਉਹਦਾ ਫਾਇਦਾ ਹੀ ਹੈ, ਨੁਕਸਾਨ ਕੋਈ ਨਹੀਂ ਹੈ। ਦੂਸਰੇ ਵੀ ਕਿ ਟੈਸਟਿੰਗ ਨੂੰ ਲੈ ਕੇ, ਇਸ ਵੇਲੇ ਟੈਸਟਿੰਗ ਨੂੰ ਲੈ ਕੇ ਕਿੰਨੀ ਟੈਸਟਿੰਗ ਰੋਜ਼ਾਨਾ ਹੋ ਰਹੀ? ਕਹਿੰਦੇ ਪੰਜਾਬ 'ਚ ਘੱਟ ਟੈਸਟਿੰਗ ਹੋ ਰਹੀ, ਕਿੰਨੀ ਟੈਸਟਿੰਗ ਹੋ ਰਹੀ, ਕਿੰਨੀ ਜ਼ਰੂਰਤ? ਦੇਖੋ, ਜਦੋਂ ਪਿੱਛੇ ਕੋਈ ਕੋਰੋਨਾ ਦੇ ਕੇਸ ਆ ਹੀ ਨਹੀਂ ਰਹੇ ਸੀ ਤਾਂ ਉਦੋਂ ਨੇਚਰਲੀ ਫਿਰ ਘਟੇ ਜਾਂਦੀ ਹੈ। ਪਰ ਹੁਣ ਅਸੀਂ ਜਿਹੜੀ ਟੈਸਟਿੰਗ ਹੈ ਉਹ ਕੱਲ ਵੀ ਅਸੀਂ ਜਿਹੜੀ 5500 ਟੈਸਟਿੰਗ ਹੈ, ਜਿਹਦੇ ਵਿੱਚੋਂ 6 ਜਿਹੜੇ ਨਵੇਂ ਕੇਸ ਆ ਉਹ ਆਏ ਨੇ। ਪਰ ਉਹ ਇਹ ਨਹੀਂ ਹੈ ਕਿ ਨਵੇਂ ਵੈਰੀਐਂਟ ਦੇ ਨੇ, ਉਹ ਪੁਰਾਣੇ ਵੈਰੀਐਂਟ ਦੇ ਨੇ, ਕੋਈ ਉਹਦੇ ਕਰਕੇ ਕੋਈ ਡਰਨ ਦੀ ਲੋੜ ਨਹੀਂ ਹੈ। ਇੱਕ 2 ਵੈਕਸੀਨੇਸ਼ਨ ਚੱਲ ਰਹੀਆਂ, ਇੱਕ ਕੋਵੈਕਸੀਨ ਔਰ ਕੋਵਿਡਸ਼ੀਲਡ ਵੈਕਸੀਨ। ਇੱਕ ਭਾਰਤ ਸਰਕਾਰ ਵੱਲੋਂ ਇੱਕ ਆਪਣੀ ਮੇਕ ਇਨ ਇੰਡੀਆ ਦੀ ਇੱਕ ਹੋਰ ਹੈ, ਨੱਕ ਦੇ ਜ਼ਰੀਏ 2 ਡੋਜ਼ ਲੈ ਸਕਦੇ ਹੋ। ਪੰਜਾਬ 'ਚ ਸ਼ੁਰੂ ਕੀਤੀ ਜਾ ਰਹੀ ਹੈ ਜਾਂ ਉਹ ਪ੍ਰਾਈਵੇਟ ਹਸਪਤਾਲ ਤੋਂ ਮਿਲੇਗੀ, ਸਰਕਾਰੀ ਤੋਂ ਮਿਲੇਗੀ? ਔਰ ਇਹ 2 ਡੋਜ਼ ਲਗਾਉਣ ਤੋਂ ਬਾਅਦ ਤੀਸਰੀ ਡੋਜ਼ ਲਗਾਣੀ ਹੈ ਜਾਂ ਇਹ ਵਾਲੀ ਡੋਜ਼ ਕਿਹੜੀ? ਜਿਹਦੇ 2 ਡੋਜ਼ ਪਹਿਲਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਬੂਸਟ ਡੋਜ਼ ਦੀ ਲੋੜ ਹੈ। ਸੋ ਇਸ ਕਰਕੇ ਬੂਸਟਰ ਡੋਜ਼ ਲਵਾਉਣੀ ਚਾਹੀਦੀ ਉਹਨਾਂ ਨੂੰ। ਔਰ ਜਿਨ੍ਹਾਂ ਨੇ ਨਹੀਂ ਵੀ ਕੋਈ ਡੋਜ਼ ਹਜੇ ਲਈ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਇੰਜੈਕਸ਼ਨ ਹੈ ਜਿਹੜਾ ਉਹ ਲਵਾ ਲੈਣ। ਇਸ ਵੇਲੇ ਕੀ ਪੋਜੀਸ਼ਨ ਹੈ ਦੋਵੇਂ ਡੋਜ਼ ਲਗਵਾਉਣ ਨੂੰ ਲੈ ਕੇ? ਨਹੀਂ, ਜਿਹੜਾ ਵੀ ਕੋਈ ਆਊਗਾ ਉਹਦੇ ਇੰਜੈਕਸ਼ਨ ਲਵਾਉਣਾ ਜ਼ਰੂਰੀ ਹੈ, ਕਿਉਂਕਿ ਸਿਹਤ ਦਾ ਬਚਾਅ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਆਪਦੇ ਵੱਲੋਂ ਜਿੰਨਾ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਲਈ ਉਹ ਲੱਗੀ ਹੋਈ ਹੈ। ਲਾਸਟ ਵਾਲ ਨਵੇਂ ਸਾਲ 'ਚ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਹੈ ਔਰ ਅਸੀਂ ਦੇਖਦੇ ਹਾਂ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦੀ ਤਿਆਰੀ ਸਿਹਤ ਮਹਿਕਮੇ ਦੀ? ਨਹੀਂ, ਸਾਡੇ ਵੱਲੋਂ ਤਾਂ ਤਿਆਰੀ ਲਗਾਤਾਰ ਹੀ ਹੈ, ਪਰ ਹਜੇ ਕੋਈ ਐਡਾ ਕੋਈ ਡਰ ਵਾਲੀ ਗੱਲ ਹੈ ਨਹੀਂ ਕਿ ਬਹੁਤ ਸਾਰੇ ਕੇਸ ਪੰਜਾਬ 'ਚ ਨੇ ਜਾਂ ਭਾਰਤ 'ਚ ਨੇ। ਸਾਰੇ ਭਾਰਤ ਦੀ ਜੇ ਆਪਾਂ ਗੱਲ ਕਰੀਏ ਪਿਛਲੇ
ਮੇਰੇ ਖਿਆਲ 20 ਤਰੀਕ ਦੀ ਗੱਲ ਹੈ, 150 ਦੇ ਆਸ-ਪਾਸ ਸੀਗਾ। ਸੋ ਇਸ ਕਰਕੇ ਕੋਈ ਐਡੀ ਡਰ ਵਾਲੀ ਗੱਲ ਹੈ ਨਹੀਂ ਹੈ, ਕਿਉਂ ਮਾੜਾ ਮੋਟਾ ਤਾਂ ਇਹ ਜਿਹੜਾ ਖੰਘ ਜ਼ੁਕਾਮ ਹੁੰਦੀ ਆ ਉਹ ਚ ਮਾੜਾ ਮੋਟਾ ਤਾਂ ਹੋ ਹੀ ਜਾਂਦਾ ਹੈ। ਦੋ ਸਵਾਲ ਨੇ, ਇੱਕ ਤਾਂ ਤੁਹਾਡੀ ਸਿਹਤ ਮਹਿਕਮੇ ਨਾਲ ਗੱਲ ਹੋਈ, ਮੁੱਖ ਮੰਤਰੀ ਨਾਲ ਗੱਲਬਾਤ ਹੋਈ, ਕੇਂਦਰ ਸਰਕਾਰ ਨਾਲ ਗੱਲਬਾਤ ਹੋਈ, ਇਹ ਨਵਾਂ ਵੇਰੀਐਂਟ ਕਿੰਨਾ ਕੁ ਖਤਰਨਾਕ ਹੈ? ਅਸੀਂ 2 ਲਹਿਰ ਪਹਿਲਾਂ ਦੇਖ ਚੁੱਕੇ ਹਾਂ, ਬੜੀਆਂ ਖਤਰਨਾਕ, ਬਹੁਤ ਸਾਰੀਆਂ ਮੌਤਾਂ ਹੋਈਆਂ। ਇਹ ਨਵਾਂ ਵੇਰੀਐਂਟ ਜ਼ਿਆਦਾ ਖਤਰਨਾਕ ਹੈ ਜਾਂ ਇਹ ਖਾਂਸੀ ਜ਼ੁਕਾਮ ਹੋ ਕੇ ਠੀਕ ਹੋ ਜਾਂਦਾ ਜਿਨ੍ਹਾਂ ਨੇ 2-2 ਡੋਜ਼ ਲਗਵਾਈਆਂ, ਜਾਂ ਨਵੇਂ ਵੇਰੀਐਂਟ ਨੂੰ ਲੈ ਕੇ ਤੁਹਾਡੇ ਕੋਲ ਕੀ ਰਿਪੋਰਟ ਹੈ? ਨਹੀਂ ਦੇਖੋ, ਜਿਹੜੀ ਮੇਰੇ ਲਵੇ ਜਾਣਕਾਰੀ ਆਈ ਹੈ ਉਹ ਇਹੀ ਹੈ ਕਿ ਇਹ ਕੋਈ ਐਡਾ ਕੋਈ ਖਤਰਨਾਕ ਨਹੀਂ, ਵੀ ਬਹੁਤ ਜ਼ਿਆਦਾ ਖਤਰਨਾਕ ਹੈ। ਇਹ ਹਾਂ ਇੰਨਾ ਕੁ ਜ਼ਰੂਰ ਹੈ ਕਿ ਜੇ ਕਿਸੇ ਨੂੰ ਕੋਈ ਜਾਂ ਗੁਰਦੇ ਦੀ ਬਿਮਾਰੀ ਹੈ ਜਾਂ ਡਾਇਬੀਟੀਜ਼ ਹੈ ਜਾਂ ਐਦਾਂ ਦਾ, ਉਹਨਾਂ ਵਾਸਤੇ ਥੋੜਾ ਜਿਹਾ ਇਹ ਹੈ ਪਰਹੇਜ਼ ਜ਼ਰੂਰੀ ਹੈ। ਪਰ ਜੇ ਆਪਾਂ ਕਹੀਏ ਕੋਈ ਜ਼ਿਆਦਾ ਖਤਰਨਾਕ ਹੈ, ਦੇਖੋ ਜਦੋਂ ਕਿਸੇ ਤੇ ਪੈ ਗਈ ਤਾਂ ਜਿਹਦੀ ਜਾਨ ਚਲੀ ਗਈ ਉਹਦੇ ਵਾਸਤੇ ਖਤਰਨਾਕ ਹੈ, ਜਿਹਦੀ ਜਾਨ ਬਚ ਗਈ ਉਹਦੇ ਵਾਸਤੇ ਕੋਈ ਖਤਰਾ ਨਹੀਂ। ਸੋ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਖਾਣ ਪੀਣ ਨੂੰ ਲੈ ਕੇ ਕੋਈ ਹੈ, ਜਾਂ ਅਗਰ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਤੁਰੰਤ ਜਾਣਾ ਚਾਹੀਦਾ ਹੈ ਡਾਕਟਰ ਕੋਲ, ਜਾਂ ਕੀ ਕੁਛ ਇਸ ਬਾਬਤ? ਨਹੀਂ, ਜੇ ਕੋਈ ਲੱਗਦਾ ਹੈ ਕਿ ਜ਼ਿਆਦਾ ਖਾਂਸੀ ਜਿਹੜੀ ਕਿ ਹਟ ਨਹੀਂ ਰਹੀ ਕਿਸੇ ਦਿਨ ਤੋਂ, ਤਾਂ ਉਹ ਜ਼ਰੂਰ ਦਿਖਾਉਣੀ ਚਾਹੀਦੀ ਹੈ। ਠੀਕ ਹੈ। ਤਾਂ ਸਿਹਤ ਮੰਤਰੀ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਕੀ ਕੁਝ ਤਿਆਰੀਆਂ, ਔਰ ਇਸ ਵੇਲੇ ਡਰਨ ਦੀ ਲੋੜ ਨਹੀਂ ਹੈ, ਇਹ ਸਿਹਤ ਮੰਤਰੀ ਕਹਿ ਰਹੇ ਨੇ। ਲੇਕਿਨ ਡਰਨਾ ਨਹੀਂ ਹੈ, ਲੇਕਿਨ ਤੁਸੀਂ ਮਾਸਕ ਜ਼ਰੂਰ ਲਗਾ ਕੇ ਰੱਖੋ। ਖੁਦ ਸਿਹਤ ਮੰਤਰੀ ਵੱਲੋਂ ਜਿਹੜਾ ਹੈ ਉਹ ਮਾਸਕ ਲਗਾਇਆ ਹੋਇਆ, ਅਪੀਲ ਵੀ ਕੀਤੀ ਜਾ ਰਹੀ ਹੈ ਲੋਕਾਂ ਨੂੰ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।